ਧੰਨ ਵਾਹਿਗੁਰੂ ਸਾਹਿਬ ਜੀ। ਪੌੜੀ। ਸਭ ਕੋ ਆਖੈ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ। ਜਾ ਰਹਿਣਾ ਨਾਹੀ ਐਤ ਜਗ, ਤਾ ਕਾਇਤ ਗਾਰਬ ਹੰਡੀਐ। ਮੰਦਾ ਕਿਸੈ ਨ ਆਖੀਐ, ਪਰ ਅੱਖਰ ਇਹੋ ਬੁਝੀਐ। ਮੂਰਖੈ ਨਾਲ ਨਾ ਲੁਝੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ 19ਵੀਂ ਪੌੜੀ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਰੰਭ ਹੈ। ਇਸ ਦੇ ਨਾਲ 2 ਸ਼ਲੋਕ ਦਰਜ ਨੇ, ਦੋਨੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇ। ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਦੂਸਰਾ ਸ਼ਲੋਕ ਕੱਲ ਵਿਚਾਰ ਦੇ ਅਧੀਨ ਸੀ। ਇਹਦੀਆਂ ਅਖੀਰਲੀਆਂ ਪੰਕਤੀਆਂ ਉਹਨਾਂ ਦੇ ਕੇਵਲ ਤੇ ਕੇਵਲ ਅੱਖਰੀ ਅਰਥ ਕੀਤੇ ਸਨ। ਸਮੇਂ ਦੇ ਹਿਸਾਬ ਦੇ ਨਾਲ ਭਾਵ ਅਰਥ ਰਹਿ ਗਏ। ਇਹ ਥੋੜ੍ਹਾ ਜਿਹਾ ਵਾਚ ਕੇ ਤੇ ਆਪਾਂ ਪੌੜੀ ਦਾ ਅੱਜ ਜਿਹੜੀ ਹੈ ਪੌੜੀ ਦੀ ਵਿਆਖਿਆ ਕਰਨੀ ਹੈ। ਦੂਸਰੇ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਇਹ ਗੱਲ ਸਮਝਾਈ, ਕਹਿਣ ਲੱਗੇ, ਹੇ ਭਾਈ, ਪਰਮਾਤਮਾ ਨੇ ਔਰਤ ਨੂੰ ਪੈਦਾ ਕੀਤਾ ਹੈ। ਔਰਤ ਤੋਂ ਹੀ ਸੰਸਾਰ ਪਿਆ ਚੱਲਦਾ ਹੈ। ਜੇ ਔਰਤ ਨਾ ਹੋਵੇ ਤੇ ਇਹ ਕੁਦਰਤ ਦੀ ਜਿਹੜੀ ਰੀਤ ਹੈ ਇਹ ਨਾ ਚੱਲੇ। ਕੱਲਾ ਮਨੁੱਖੀ ਜਾਮੇ ਦੇ ਵਿੱਚ ਔਰਤ ਨਹੀਂ, 84 ਲੱਖ ਜੂਨਾਂ ਦੇ ਵਿੱਚ ਇਹ ਮੇਲ ਫੀਮੇਲ ਦਾ ਜਿਹੜਾ ਇਹ ਤਰੀਕਾ ਮੇਰੇ ਸਤਿਗੁਰਾਂ ਨੇ ਪਰਮਾਤਮਾ ਨੇ ਚਲਾਇਆ ਹੋਇਆ। ਇਹ ਇੱਕ ਜ਼ਰੀਆ ਹੈ ਸੰਸਾਰ ਦੀ ਉਤਪਤੀ ਦਾ। ਸਤਿਗੁਰੂ ਕਹਿਣਗੇ, ਇੱਕ ਪਾਸੇ ਤੁਸੀਂ ਔਰਤ ਨੂੰ ਮਾੜਾ ਕਹਿੰਦੇ ਜੇ, ਇੱਕ ਪਾਸੇ ਸਾਰੇ ਰਿਸ਼ਤੇ ਹੀ ਔਰਤ ਦੇ ਨਾਲ ਜੋੜਦੇ ਜੇ। ਔਰਤ ਦੀ ਕੁੱਖ ਤੋਂ ਮਨੁੱਖ ਜਨਮ ਲੈਂਦਾ ਹੈ। ਜੇ ਕੱਲ੍ਹ ਨੂੰ ਬੱਚਾ ਜਵਾਨ ਹੁੰਦਾ, ਵਿਆਹ ਵੀ ਔਰਤ ਦੇ ਨਾਲ ਕੀਤਾ ਜਾਂਦਾ ਹੈ। ਜੇ ਇੰਨੀ ਔਰਤ ਮਾੜੀ ਹੈ, ਕਈ ਵਾਰੀ ਔਰਤ ਜਿਹਦਾ ਵਿਆਹ ਹੋਇਆ ਹੁੰਦਾ ਚੜ੍ਹਾਈ ਕਰ ਜਾਂਦੀ ਹੈ, ਤੁਸੀਂ ਫਿਰ ਦੁਬਾਰਾ ਔਰਤ ਲੱਭ ਕੇ ਵਿਆਹ ਬੱਚੇ ਦਾ ਕਰ ਲੈਂਦੇ ਜੇ। ਸਤਿਗੁਰੂ ਕਹਿੰਦੇ ਔਰਤ ਦੇ ਨਾਲ ਹੀ ਸੰਸਾਰ ਦੀਆਂ ਰਿਸ਼ਤੇਦਾਰੀਆਂ ਅਤੇ ਸੰਸਾਰ ਦੀ ਕਾਰ ਵਿਹਾਰ ਚੱਲਦੀ ਹੈ। ਜੇ ਸਾਰਾ ਕੁਝ ਔਰਤ ਤੋਂ ਬਾਹਰ ਨਹੀਂ ਹੈਗਾ ਤੇ ਮੈਨੂੰ ਇਹ ਗੱਲ ਦੱਸੋ, ਤੁਸੀਂ ਔਰਤ ਨੂੰ ਮਾੜਾ ਕਿਉਂ ਕਹਿੰਦੇ ਜੇ? ਸਤਿਗੁਰਾਂ ਦੇ ਇਹ ਬਚਨ ਕੱਲ੍ਹ ਸਾਂਝੇ ਕੀਤੇ ਸਨ ਕਿ ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਹ ਜਾਣ। ਜੇ ਇੱਕ ਵਿਗਿਆਨਿਕ ਇਹ ਗੱਲ ਕਹਿੰਦਾ ਹੈ ਕਿ ਮੈਂ ਸਾਇੰਸ ਦੀ ਖੋਜ ਕੀਤੀ ਹੈ, ਅਤੇ ਮੈਂ ਕੱਲ੍ਹ ਵੀ ਕਿਹਾ ਸੀ ਉਹਨੂੰ ਜਨਮ ਦੇਣ ਵਾਲੀ ਇੱਕ ਔਰਤ ਹੈ। ਜੇ ਇੱਕ ਸੰਤ ਕਹਿੰਦਾ ਹੈ ਕਿ ਮੈਂ ਬੰਦਗੀ ਕਰਕੇ ਸੰਤ ਬਣਿਆ, ਤੇ ਉਹਨੂੰ ਜਨਮ ਦੇਣ ਵਾਲੀ ਵੀ ਇੱਕ ਔਰਤ ਹੈ। ਯਾਦ ਰੱਖਿਓ, ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਕੱਲ੍ਹ ਕਹਿਣ ਲੱਗੇ, ਭੰਡੋ ਹੀ ਭੰਡ ਉਪਜੈ, ਭੰਡੈ ਬਾਜ ਨਾ ਕੋਏ। ਕਹਿੰਦੇ ਔਰਤ ਤੋਂ ਹੀ ਔਰਤ ਪੈਦਾ ਹੋ ਰਹੀ ਹੈ। ਸੰਸਾਰ ਦੇ ਵਿੱਚ ਔਰਤ ਤੋਂ ਬਿਨਾਂ ਜਿਹੜਾ ਹੈ ਉਹ ਕਦੇ ਵੀ ਸੰਸਾਰ ਦੀ ਉਤਪਤੀ ਨਹੀਂ ਹੋ ਸਕਦੀ। ਜੇ ਮਰਦ ਪੈਦਾ ਹੁੰਦਾ ਹੈ, ਕੱਲ੍ਹ ਮੈਂ ਇੱਕ ਸ਼ਬਦ ਵਰਤਿਆ ਸੀ, ਇਹ ਜਿਹਨੂੰ ਆਪਾਂ ਖੁਸਰਾ ਵੀ ਕਹਿ ਦਿੱਤਾ ਜਾਂਦਾ ਹੈ, ਬਾਬਾ ਵੀ ਉਹਦੇ ਲਈ ਸ਼ਬਦ ਵਰਤਿਆ ਜਾਂਦਾ, ਕਈ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਨੇ। ਉਹਦੀ ਉਤਪਤੀ ਵੀ ਔਰਤ ਦੇ ਰਾਹੀਂ ਹੈ। ਸਤਿਗੁਰੂ ਕਹਿਣਗੇ, ਭੰਡੋ ਹੀ ਭੰਡ ਉਪਜੈ, ਭੰਡੈ ਬਾਜ ਨਾ ਕੋਈ। ਭੰਡ ਤੋਂ ਬਿਨਾਂ, ਉਸ ਔਰਤ ਤੋਂ ਬਿਨਾਂ ਸੰਸਾਰ ਦੇ ਵਿੱਚ ਕੋਈ ਵੀ ਹੋਰ ਪੈਦਾ ਕਰਨ ਵਾਲਾ ਨਹੀਂ। ਹਾਂ, ਇੱਕ ਹਸਤੀ ਹੈ ਜਿਹੜਾ ਔਰਤ ਦੇ ਦੁਆਰਾ ਜਾਇਆ ਨਹੀਂ ਹੈਗਾ। ਕਹਿਣ ਲੱਗੇ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਇੱਕ ਪਰਮਾਤਮਾ ਜਿਹੜਾ ਉਹ ਔਰਤ ਦੇ ਦੁਆਰਾ ਪੈਦਾ ਨਹੀਂ ਕੀਤਾ ਹੋਇਆ। ਇੱਥੋਂ ਤੱਕ ਵਿਚਾਰ ਕੀਤੀ ਸੀ। ਥੋੜ੍ਹਾ ਜਿਹਾ ਇਹਨਾਂ ਪੰਕਤੀਆਂ ਦਾ ਖੁਲਾਸਾ ਕਰ ਲਈਏ। ਦੇਖੋ, ਜਦੋਂ ਸੰਸਾਰ ਬਣਦਾ ਹੈ ਨਾ, ਤੇ ਗੁਰਬਾਣੀ ਦੇ ਮੁਤਾਬਕ ਪਰਮਾਤਮਾ ਨੇ ਆਪਣੇ ਤੋਂ ਮਾਇਆ ਰਚੀ ਹੈ।
माया तो संसार की जिहड़ी उत्पत्ति हुंदी है, पहल पुरसा बिरा अथोन पुरसा दमरा असगा अस उसका हर का बागरा नाचै पिंदी मैं सागरा। इस संसार की कार विहार चलती है। पर जिथों तक परमात्मा की गल है तो अमृत बाणी का यह फैसला है कि भलिया जो संसार नहीं सी ना बनया, परमात्मा उदों भी मौजूद सी। जो संसार बनया, फिर युग बने, समा बनया, टाइम बनया, अज तक तो आने वाले समय तक संसार फिर खत्म हो जाएगा, परमात्मा हर वेले मौजूद रहेगा। वो असी आरंभक श्लोक पढ़ते हैं जपजी साहब का पहला कि आद सच जुगाद सच है भी सच नानक होसी पी सच। ਇਹਦਾ भाव कि परमात्मा संसार तो पहला भी मौजूद सी। जे परमात्मा पहला भी मौजूद है, फिर वो किहदे द्वारा जाया होया। तो ये जो आसा दी वार दी विचार आप आरंभ की सी, पहली पौड़ी च इस गल का सतगुरां खुलासा किया, आप ही ने आप साजी। वो अपने आप तो प्रकाशमान है, उन्हें एक तो अनेक होने का जिस वेले विचार बनाया तो परमात्मा ने सृष्टि साजी है। असल दे विच परमात्मा है स्वैभंग, वो अपने आप तो सहभंग है, वो अपने आप तो प्रकाश होया है। ये परथाए मैं एक दो उदाहरण दे देना। एक गुरु नानक साहब जी का बचन पढ़ते हैं जपजी साहब दे विच कि थापिया ना जाए कीता ना होए। थापे का अर्थ हुंदा जी स्थापन करना। जिवें मूर्ति नूं मंदिर दे विच बाजारों खड़ के ते मंदिर दे विच स्थापन करके मंत्र पढ़ के ते मर्यादा दे नाल टिका दिता जांदा, उस तो बाद उहनूं भगवान मन्निया जांदा है। सतगुरु कहंदे परमात्मा इदां किसी द्वारा थापिया नहीं। थापिया ना जाए कीता, किसी द्वारा पैदा किया होया नहीं। थापिया ना जाए कीता ना होए, क्यों? आपे आप निरंजन सोई, वो अपने आप तो प्रकाशमान है। जिन्होंने गुरु कलगीधर पातशाह कहते ना ताता है ना माता है, ना जाता है ना पाता है, ना ओदी माँ है कोई, ना कोई बाप है, ना ओदी कोई जात है, ना कोई ओदी पात है। याद रखियो परमात्मा अपने आप तो प्रकाशमान है। इत्थे सतगुरु समझा रहे हैं कि जे तू ये गल चाहुंदा है कि मैं संसार की उत्पत्ति का वसीला कोई होर बना लवां, कहंदे ये तेरे मन का केवल तो केवल भुलेखा है। तू अपने मर्द प्रधानगी नूं घोटण वास्ते औरत नूं माड़ा कह रहा है। हरेक इंसान औरत द्वारा पैदा किया जाता है। कमाल की गल यह है, मैं कल भी कहा सी, जिहड़ा मनुख औरत नूं भंडदा वो खुद औरत द्वारा पैदा किया होया है। पर अज साडा समाज ये इन्ना क नीच पुणे वाल जा चुका जी। अज औरत ही औरत की वैरी बनी पई है। मैं कल उदाहरण दी सी कि अज तो 20 साल पहला दा तुसी फोल के वेखो इतिहास, जो बच्चियां की भरूण हत्या की जाती है। एक माँ उहदे पेट दे विच बच्ची है, वो भी फीमेल है, जन्म भी फीमेल का हो रहा है, करवा भी सस रही है, वो भी फीमेल है। हरेक ये साडे संसार का, साडे समाज का एक बड़ा तगड़ा दुखांत है। असी जिन्नी मर्जी तरक्की कर लईए, याद रखियो अज तक असी औरत नूं वो सन्मान नहीं दे सके जो उहदे द्वारा बनदा सी, जो उहदा हक बनदा सी। सतगुरु इत्थे कहण लगे औरत तो बिना संसार नहीं चलना, औरत तो बिना दुनिया नहीं चलेगी, तू कोई पक्ष लैके नहीं चल सकता। कह लगे हाँ एक हस्ती है परमात्मा, वो औरत के द्वारा जाया होया नहीं। नानक भंडै बाहरा, औरत तो बाहर औरत तो बिना जे कोई प्रकाशमान एको सच्चा सोए। अगे सतगुरु कह लगे जित मुख सदा सा लाही है। गल इस चीज़ ते आन के निबड़नी है कि मनुख प्रवान परमात्मा की दरगाह च वो हुंदा जिहड़ा परमेश्वर का नाम जपदा है। क्योंकि अज तक ये मनौत रही है कि औरत कभी भी मुक्त नहीं हो सकती। ये हिंदुस्तान का फलसफा है जी। हिंदुस्तान दे विच ये गल कही जाती है, दो जामे ने मनुखा दे विच, मनुखा देही च दो जामे, एक मर्द का एक औरत का। ये गल कह दी जाती है कि औरत कभी मुक्ति नूं हासिल नहीं कर सकती। जे औरत ने मुक्ति नूं हासिल करना, इनू मर्द का जामा धारण करके आना पवेगा। पर इस मनौत नूं मेरे सतगुरां ने बिल्कुल तोड़ के चकनाचूर करके रख दिता। सतगुरु कहते परमात्मा के घर प्रवान होना ये मनुख के हथ नहीं, ये परमात्मा की रहमत है। तो प्रवान वो हुंदा जी जिहड़ा परमेश्वर का नाम जपदा है। इनू मैं बिल्कुल सौखे तरीके दे नाल समझाउणा होवे, अज मान लो कोई साडा बच्चा डिग्री हासिल करता है, डिग्री कभी भी ना मेल हुंदी है तो ना कभी फीमेल हुंदी है। डिग्री अपने आप दे विच एक डिग्री है। कोई PhD करता है, कोई IPS ऑफिसर है, कोई वकील है, कोई भी इंजीनियर, कोई भी डिग्री हासिल करता है। याद रखियो डिग्री उही हासिल करता है जिहड़ा कॉलेज यूनीवर्सिटी दे विच जाके पढ़ाई करेगा, मेहनत करेगा। उहदे विच कदी ये मैटर नहीं करता जी ये डिग्री औरत ही कर सकती, ये मर्द ही कर सकता है। परमेश्वर का नाम जिहड़ा मर्जी जप सकता, जिहड़ा जपेगा उहदा ही पार उतारा होना है।
ਇਹਨੂੰ ਗੁਰਮਤਿ ਦਾ ਬੜਾ ਵਧੀਆ ਫਲਸਫਾ ਹੈ। ਮੈਂ ਕੱਲ੍ਹ ਵੀ ਕਿਹਾ ਸੀ ਅਸੀਂ ਸ਼ੁਕਰ ਕਰੀਏ ਗੁਰੂ ਨਾਨਕ ਸਾਹਿਬ ਦਾ, ਜਿਨ੍ਹਾਂ ਨੇ ਸਾਨੂੰ ਇੰਨੀ ਖੁੱਲੀ ਆਜ਼ਾਦੀ ਦੇ ਦਿੱਤੀ। ਸਤਿਗੁਰੂ ਕਹਿ ਲਗੇ ਜਿਤ ਮੁਖ ਸਦਾ ਸਾ ਲਾਹੀ ਹੈ, ਜਿਸ ਰਸਨਾ ਦੇ ਦੁਆਰਾ ਪ੍ਰਮਾਤਮਾ ਨੂੰ ਸਲਾਹਿਆ ਜਾਂਦਾ ਹੈ। ਇੱਥੇ ਜਿਸ ਦਾ ਅਰਥ ਕਰ ਲਾਂਗੇ ਜੀ, ਭਾਵੇਂ ਔਰਤ ਹੈ ਭਾਵੇਂ ਮਰਦ ਹੈ, ਕਿਉਂਕਿ ਵੈਸੇ ਬਾਣੀ ਦੇ ਵਿੱਚ ਜਿਸ ਆਉਂਦਾ ਹੈ ਅਸੀਂ ਕਈ ਰੂਪਾਂ ਦੇ ਵਿੱਚ ਲੈ ਜਾਂਦੇ ਹਾਂ, ਕੋਈ ਵਰਨ ਵੰਡ ਹੋਵੇ, ਪਰ ਇੱਥੇ ਕਨਸੈਪਟ ਜਿਹੜਾ ਹੈ ਉਹ ਇਸੇ ਚੀਜ਼ ਦਾ ਚੱਲ ਰਿਹਾ ਹੈ ਕਿ ਮਨੁੱਖ ਜਿਹੜਾ ਇਹ ਔਰਤ ਨੂੰ ਮਾੜਾ ਕਹਿ ਰਿਹਾ। ਸਤਿਗੁਰੂ ਕਹਿਣਗੇ ਭਲਿਆ ਉਹ ਰਸਨਾ ਇੱਕ ਬੀਬੀ ਦੀ ਹੋ ਸਕਦੀ ਹੈ, ਤੇ ਯਾਦ ਰੱਖਿਓ ਉਹ ਰਸਨਾ ਜਿਹੜੀ ਹੈ ਇੱਕ ਮਰਦ ਜਾਮੇ ਦੇ ਵਿੱਚ ਇੱਕ ਪੁਰਸ਼ ਦੀ ਵੀ ਹੋ ਸਕਦੀ ਹੈ। ਜਿਤ ਮੁਖ ਸਦਾ ਸਾ ਲਾਹੀ ਹੈ, ਭਾਗਾਂ ਰੱਤੀ ਚਾਰ। ਇਹਦੇ ਮੈਂ ਕੱਲ੍ਹ ਵੀ ਅਰਥ ਕੀਤੇ ਸਨ। ਯਾਦ ਰੱਖਿਓ ਭਾਗਾਂ ਰੱਤੀ ਦੇ ਚਾਰ ਦੇ ਵਿਦਵਾਨਾਂ ਨੇ ਵੱਖੋ ਵੱਖ ਅਰਥ ਕੀਤੇ ਨੇ। ਕੁਝ ਨੇ ਰੱਤੀਆਂ ਦਾ ਚਾਰ ਸ਼ੁਭ ਗੁਣ ਗਿਣੇ ਨੇ, ਜਿਨ੍ਹਾਂ ਵਿੱਚ ਰਜੋ ਤਾਂ ਇਹ ਦੂਜੇ ਆ ਜਾਂਦੇ ਨੇ, ਧਰਮ ਅਰਥ ਕਾਮ ਤੇ ਮੋਖ। ਚਾਰ ਦਾ ਅਰਥ ਬਾਣੀ ਦੇ ਵਿੱਚ ਸੁੰਦਰ ਵੀ ਆਇਆ ਹੈ, ਤੇ ਇੱਥੇ ਰੱਤੀ ਦਾ ਅਰਥ ਕਈਆਂ ਨੇ ਜਿਹੜਾ ਹੈ ਰੱਤੀ ਦੇ ਵਾਂਗ ਚਮਕਣਾ ਵੀ ਕੀਤਾ ਹੈ। ਇਉਂ ਅਰਥ ਕਰ ਲਈਏ ਜਿਹੜਾ ਮਨੁੱਖ ਪਰਮੇਸ਼ਰ ਦਾ ਨਾਮ ਜਪਦਾ ਹੈ ਉਹ ਇਸਤਰੀ ਜਾਮੇ ਦੇ ਵਿੱਚ ਹੈ, ਚਾਹੇ ਉਹ ਮਰਦ ਜਾਮੇ ਦੇ ਵਿੱਚ ਹੈ। ਜਪਿਆ ਹੋਇਆ ਨਾਮ ਵਾਲਾ ਮੁਖੜਾ ਜਿਹੜਾ ਰੱਤੀ ਦੇ ਵਾਂਗ ਚਮਕਦਾ ਹੈ, ਤੇ ਉਹ ਚਾਰ ਦਾ ਅਰਥ ਕਰਾਂਗੇ ਹਮੇਸ਼ਾ ਸੁੰਦਰ ਤੇ ਸ਼ੋਭਾ ਪਾਉਂਦਾ ਪਿਆ ਹੈ। ਸਤਿਗੁਰੂ ਕਹਿੰਦੇ ਜਿਤ ਮੁਖ ਸਦਾ ਸਾ ਲਾਹੀ ਹੈ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ। ਉਹ ਮੁਖ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਪ੍ਰਵਾਨ ਹੋਣਾ ਹੈ। ਗੁਰਮੁਖੋ ਤਿਤ ਸੱਚੈ ਦਰਬਾਰ, ਉਹਦੇ ਸੱਚੇ ਦਰਬਾਰ ਦੇ ਵਿੱਚ ਕਿਹੜਾ? ਜਿਤ ਮੁਖ ਸਦਾ ਸਲਾਹੀਏ, ਜਿਹੜਾ ਮੁਖ ਪ੍ਰਮਾਤਮਾ ਦਾ ਨਾਮ ਜਪਦਾ ਹੈ। ਸੋ ਇਹ ਦੂਸਰਾ ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਸ 19ਵੀਂ ਪੌੜੀ ਦੇ ਨਾਲ ਹੈ। ਮੈਂ ਫਿਰ ਮਾੜੀ ਜੀ ਗੱਲ ਕਹਿ ਕੇ ਪੌੜੀ ਵੱਲ ਆਵਾਂ। ਇੱਕ ਗੱਲ ਯਾਦ ਰੱਖਿਓ, ਮੈਂ ਕੱਲ੍ਹ ਵੀ ਕਿਹਾ ਸੀ, ਅੱਜ ਦੁਖਾਂਤ ਇਹ ਹੈ, ਇਹ ਗੁਰੂ ਨਾਨਕ ਸਾਹਿਬ ਨੇ ਜਿਸ ਚਿੱਕੜ 'ਚੋਂ ਕੱਢਿਆ ਨਾ, ਅਸੀਂ ਉਹਦੇ 'ਚ ਵੜ ਕੇ ਬੈਠ ਗਏ। ਅੱਜ ਵੀ ਸਾਡੇ ਸੰਪਰਦਾਵਾਂ ਸਿੱਖ ਧਰਮ ਦੇ ਵਿੱਚ ਇਹੋ ਜਿਹੀਆਂ ਨੇ ਜਿਹੜੀਆਂ ਔਰਤ ਨੂੰ ਪੂਰਨ ਆਜ਼ਾਦੀ ਨਹੀਂ ਦਿੰਦੀਆਂ। ਮੈਂ ਕੱਲ੍ਹ ਵੀ ਕਿਹਾ ਸੀ ਦਰਬਾਰ ਸਾਹਿਬ ਕੀਰਤਨ ਹੀ ਔਰਤ ਨੂੰ ਕੀਤਾ ਜਾਣ ਦਿੰਦਾ। ਬਹੁਤ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਅੱਜ ਵੀ ਔਰਤ ਨੂੰ ਡੱਕਿਆ ਜਾਂਦਾ, ਨਹੀਂ ਜੀ ਤੂੰ ਬੀਬੀ ਹੈ। ਪਰ ਯਾਦ ਰੱਖਿਓ ਇਹ ਸਾਡੀ ਜਦੋਂ ਵਿਦਵਾਨ ਕੋਈ ਵੀ ਉੱਠਦਾ ਹੈ ਨਾ, ਉਹ ਇਹਨਾਂ ਚੀਜ਼ਾਂ ਦਾ ਖਿਆਲ ਰੱਖਦਾ ਹੈ। ਤੁਸੀਂ ਰਹਿਤ ਮਰਿਆਦਾ ਪੜ੍ਹੋ, ਗੁਰਬਾਣੀ ਪੜ੍ਹੋ, ਉਹਦੇ ਵਿੱਚ ਤਕਰੀਬਨ ਜਿੱਥੇ ਗੱਲ ਆਉਂਦੀ ਹੈ ਨਾ ਉੱਥੇ ਔਰਤ ਦੀ ਕੀਤੀ ਜਾਂਦੀ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਜੀ 2 ਮੰਜੀਆਂ ਬੀਬੀਆਂ ਨੂੰ ਦਿੰਦੇ ਨੇ, ਉਹਨਾਂ ਦੇ ਵਿੱਚ ਇੱਕ ਸੱਚਨ ਸੱਚ ਤੇ ਇੱਕ ਮੱਥੋ ਮਰਾਰੀ। ਯਾਦ ਰੱਖਿਓ ਪਹਿਲਾ ਨਾਮ ਬੀਬੀ ਦਾ ਰੱਖਿਆ ਹੈ, ਮੱਥੋ ਬੀਬੀ ਦਾ ਨਾਂ ਸੀ, ਮੁਰਾਰੀ ਉਹਦੇ ਘਰ ਵਾਲੇ ਦਾ ਨਾਮ ਸੀ। ਜਿਸ ਵੇਲੇ ਰਹਿਤ ਮਰਿਆਦਾ ਤਿਆਰ ਹੁੰਦੀ ਹੈ, ਰਹਿਤ ਮਰਿਆਦਾ ਦੇ ਵਿੱਚ ਵੀ ਇਹੋ ਸ਼ਬਦ ਹੈ, ਜੋ ਇਸਤਰੀ ਜਾਂ ਪੁਰਸ਼, ਜਿਹੜੀ ਸਿੱਖ ਦੀ ਤਾਰੀਫ ਲਿਖੀ ਹੈ ਨਾ, ਸਿੱਖ ਦੀ ਪਰਿਭਾਸ਼ਾ ਡੈਫੀਨੇਸ਼ਨ ਕੀ ਹੈ, ਉੱਥੇ ਪਹਿਲਾਂ ਹੀ ਇਹ ਸ਼ਬਦ ਲਿਖ ਦਿੱਤਾ, ਜਿਹੜਾ ਮਨੁੱਖ ਔਰਤ ਨੂੰ ਮਾੜਾ ਕਹਿੰਦਾ ਹੈ, ਸਾਡੇ ਪੰਥ ਨੇ ਚੁੱਕ ਕੇ ਔਰਤ ਦਾ ਨਾਮ ਹੀ ਪਹਿਲੇ ਨੰਬਰ ਤੇ ਦਰਜ ਕਰ ਦਿੱਤਾ। ਭਲਿਆ ਇਹ ਮਨੌਤ ਨੂੰ ਅਸੀਂ ਤੋੜਦੇ ਹਾਂ ਕਿ ਔਰਤ ਨਾਮ ਨਹੀਂ ਜਪ ਜਾ ਸਕਦੀ। ਉੱਥੇ ਸਾਡੇ ਗੁਰੂ ਪੰਥ ਦੀ ਇੰਨੀ ਕੁ ਬਖਸ਼ਿਸ਼ ਹੈ, ਉਹਨਾਂ ਸ਼ਬਦ ਹੀ ਔਰਤ ਦਰਜ ਕਰ ਦਿੱਤਾ। ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨਾਂ ਨੂੰ ਮੰਨਦਾ ਹੈ, ਉਹ ਇਹ ਪਰਿਭਾਸ਼ਾ ਦਿੱਤੀ, ਉੱਥੇ ਵੀ ਔਰਤ ਨੂੰ ਸਾਹਮਣੇ ਰੱਖਿਆ ਹੈ। ਸੋ ਮੇਰੇ ਕਹਿਣ ਦਾ ਭਾਵ, ਬਾਕੀ ਅਸੀਂ ਜਦੋਂ ਸ਼ਬਦ ਵਰਤਦੇ ਆ ਨਾ, ਇੱਕ ਸਾਡੇ ਕੋਲ ਗੁਰਮਤਿ ਦੇ ਵਿੱਚ ਧਾਰਨੀਆਂ ਦੇ ਲਈ ਸ਼ਬਦ ਵਰਤਿਆ ਜਾਂਦਾ ਸਿੱਖ, ਤੇ ਯਾਦ ਰੱਖਿਓ ਸਿੱਖ ਔਰਤ ਦੇ ਲਈ ਵੀ ਵਰਤਿਆ ਜਾਂਦਾ ਹੈ। ਸਿੱਖ ਔਰ ਜਿਹੜਾ ਸ਼ਬਦ ਹੈ ਇਹ ਮਰਦ ਦੇ ਲਈ ਵੀ ਵਰਤਿਆ ਜਾਂਦਾ। ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਹੜੇ ਦੋਵੇਂ ਪਾਸੇ ਫਿੱਟ ਕੀਤੇ ਜਾਂਦੇ ਨੇ, ਕਿਉਂਕਿ ਇਹ ਸਾਡੇ ਘਰ ਦੇ ਵਿੱਚ ਇਹ ਦੋਵੇਂ ਬਰਾਬਰ ਨੇ। ਤੇ ਜਿਹੜੀ ਅੱਜ ਤੱਕ ਮਨੌਤ ਸੀ ਕਿ ਔਰਤ ਧਾਰਮਿਕ ਅਸਥਾਨਾਂ 'ਤੇ ਨਹੀਂ ਜਾ ਸਕਦੀ, ਰੱਬ ਦਾ ਨਾਮ ਨਹੀਂ ਜਪ ਸਕਦੀ, ਜਾਂ ਉਹ ਮੁਕਤੀ ਹਾਸਲ ਨਹੀਂ ਕਰ ਸਕਦੀ, ਸਤਿਗੁਰੂ ਕਹਿੰਦੇ ਇਹ ਤੁਹਾਡੀ ਮਨੌਤ ਝੂਠੀ ਹੈ। ਮਤਾ ਇਹ ਮਰਦ ਜਾਮੇ ਦੇ ਵਿੱਚ ਮਨੁੱਖ ਆਣ ਕੇ ਭੁਲੇਖਾ ਰੱਖੇ ਕਿ ਸ਼ਾਇਦ ਮੈਂ ਮਰਦ ਜਾਮੇ 'ਚ ਆ ਗਿਆ ਤੇ ਮੈਂ ਮੁਕਤ ਹੋ ਜਾਵਾਂਗਾ। ਸਤਿਗੁਰੂ ਕਹਿੰਦੇ ਨਹੀਂ, ਗੱਲ ਜਾਮੇ ਦੀ ਨਹੀਂ, ਗੱਲ ਜਿਹੜੀ ਉਹ ਕਿਰਦਾਰ ਦੀ ਹੈ, ਗੱਲ ਪਰਮੇਸ਼ਰ ਦੇ ਨਾਮ ਦੀ ਹੈ। ਜਿਹੜਾ ਵੀ ਨਾਮ ਨੂੰ ਜਪੇਗਾ ਉਹ ਹੀ ਮਨੁੱਖ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋਵੇਗਾ। ਸੋ ਇਹ ਦੂਸਰੇ ਸ਼ਲੋਕ ਦਾ ਭਾਵ ਨਿਕਲਦਾ ਹੈ। ਅੱਗੇ ਸ਼ਬਦ ਹੈ ਪੌੜੀ। ਇਹ 2 ਸ਼ਲੋਕ ਸਨ 19ਵੀਂ ਪੌੜੀ ਦੇ ਨਾਲ। ਪੌੜੀ 'ਚ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸਭ ਕੋ ਆਖੈ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ। ਹੁਣ ਇਹਦੇ ਅਰਥ ਜਿਹੜੇ ਨੇ ਵਿਦਵਾਨਾਂ ਨੇ ਆਪਣੇ ਆਪਣੇ ਮਤ ਦੇ ਨਾਲ ਕੀਤੇ ਨੇ, ਕਿਉਂਕਿ ਇਹਦੇ ਮੈਂ ਪਹਿਲਾਂ ਅੱਖਰੀ ਅਰਥ ਕਰ ਦਿੱਤਾ। ਸਭ ਕੋ ਆਖੈ ਆਪਣਾ, ਸਾਰੇ ਕੋਈ ਕਹਿੰਦੇ ਨੇ ਆਪਣੇ ਆਪ ਨੂੰ, ਜਿਸ ਨਾਹੀ ਸੋ ਚੁਣ ਕੱਢੀ। ਹੁਣ ਇੱਥੇ ਆਪਣੇ ਦੇ ਅਰਥ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਨੇ ਉਹਨਾਂ ਨੇ ਮਮਤਾ ਦੇ ਨਾਲ ਜੋੜ ਕੇ ਕੀਤੇ ਨੇ, ਕਿ ਹਰ ਕੋਈ ਮਨੁੱਖ ਕਹਿੰਦਾ ਮੈਂ ਮੇਰੀ ਦੇ ਵਿੱਚ ਮੈਂ ਹੀ ਪ੍ਰਧਾਨ ਹਾਂ, ਮੈਂ ਹੀ ਸਭ ਤੋਂ ਅੱਗੇ ਹਾਂ, ਮੈਂ ਹੀ ਸਰਮੌਰ ਹਾਂ। ਹਉਮੈ ਨੂੰ ਲੈ ਕੇ ਅਰਥ ਕੀਤੇ ਨੇ। ਉਹਨਾਂ ਅੱਗੇ ਅਰਥ ਕੀਤਾ ਜਿਸ ਨਾ ਹੀ ਸੋ ਚੁਣ ਕੱਢੀਏ, ਜਿਹਦੇ ਵਿੱਚ ਹਉਮੈ ਨਹੀਂ, ਤੁਸੀਂ ਉਹਨੂੰ ਵੱਖਰਾ ਕਰਕੇ ਵੇਖ ਲਓ। ਪਰ ਫਰੀਦਕੋਟੀਆਂ ਟੀਕਿਆਂ ਨੇ ਜਾਂ 1-2 ਟੀਕੇ ਮੇਰੇ ਹੋਰ ਹੱਥ 'ਚ ਲੱਗੇ, ਉਹਨਾਂ ਨੇ ਇਹਦੇ ਅਰਥ ਆਪਣੇ ਦੇ ਜਿਹੜੇ ਨੇ ਪ੍ਰਮਾਤਮਾ ਦੇ ਉੱਤੇ ਢੁਕਾਏ ਨੇ।
तो जिस वेले मैं सलोक देखदा ना, याद रखियो फिर दोवां सलोकां नूं थोड़ा जिहा समझ लईए, ये स्पष्ट हो जाए कि ये अर्थ की बनते हैं। पहले सलोक दे विच सतगुरां ये गल कही कि भलिया तू सुच्चा हो के ये जिहड़ा किसी घर भोजन नूं खाण वास्ते आउणा है तो गंदगी तेरे शरीर दे नाल वो भोजन रल के ते गंदगी बन जाती है, फिटकारां पैंदियां, थुक्कां पैंदियां। जे तेरा मुख नाम नहीं जपदा तो याद रखी तेरे मुख के उत्ते भी परमात्मा के दरबार तो फटकारां पड़ गई। इहदा भाव गल नाम की कीती जा रही है, गल धर्म की कीती जा रही है, गल परमात्मा की कीती जा रही है। दूसरा श्लोक आप हुणे साझा किया अखीरलियां पंक्तियां, इहदे विच भी इहो गल है कि जित मुख सदा सलाही है भागा रती चर, जिहड़ा मुख परमेश्वर का नाम जपदा है। जे श्लोक व्याख्या करते हैं पौड़ी की, ये असी शब्द अपना परमात्मा फिट करांगे तो बहुत सोहना ये अर्थ किए जाएंगे। सतगुरु कह लगे सब को आखै अपना, हरेक मनुख ये गल कहता कि परमात्मा मेरा है, परमात्मा मेरा है। पर एक गल याद रखियो, ये दो तरीके ने इत्थे। जे तुसी भावना नाल कहिंदे जे परमात्मा मेरा है तो बहुत सोहनी गल है, बाणी कहती है कि तू मेरा पिता, तू है मेरा माता, तू मेरा बंधप, तू मेरा भराता। बाणी ने परमात्मा नूं अपना करके मन्निया जी। हरेक रिश्ता जिहड़ा तू ठाकुर, तुम पह अरदास जियो पिंड सब तेरी रास, तुम मात पिता हम बारक तेरे। परमात्मा दे नाल बड़े अपने रिश्ते बनाए ने। पर जिहड़ा मनुख ये तो हट के ये कहे कि केवल साडा ही परमात्मा है, क्योंकि उत्ते कॉन्सैप्ट औरत का तो शूदर का चल रहा ना। जे कोई मनुख ये गल आखे कि केवल साडा परमात्मा है, ना इनू शूदर जप सकदा ना औरत जप सकती है, सतगुरु इस मनौत नूं तोड़दे ने। कहण लगे भलिया रब सारियां दा है, ये गल ठीक है, सब को आखे अपना। पर तू जिहड़ी दूजी गल करना है कि औरत रब नूं नहीं जप सकती, शूदर रब नूं नहीं जप सकदा, जिस ना ही सो चुन कड्डिया मैनूं ये दस दे परमात्मा तो बाहरा किहड़ा है। जे कोई बाहर हैगा तो उन्होंने कढ़ के समझ तू रख दे। ਇਹਦਾ भाव कोई ਇਹੋ जी हस्ती नहीं, कोई ਇਹੋ ਜਿਹਾ शरीर नहीं, कोई ਇਹੋ ਜਿਹਾ मैं शब्द वरता जरा नहीं जमीन का हैगा जिथे परमात्मा की होंद कोई नहीं हैगी। इनू एक दो असी बाणी के प्रमाण लै लैंदे कि सब को आखे अपना जिस नाही सो चुन कढ़िए। पहला बचन असी रोज़ पढ़ते हैं कि सब मैं जोत, जोत है सोए। याद रखियो परमात्मा की जोत सारिया शरीरों के अंदर है, हर थां ते मौजूद है। सब मैं जोत, जोत है सोए तिसदा चानन, सब मैं चानन होए। पर पता कदों लगता जी, गुर साखी जोत प्रगट होए, गुरु की सिक्ख्या द्वारा पता लगता है। एक असी बचन पढ़ते हैं, सबै घट राम बोलै, रामा बोलै राम बिना को बोलै रे, जिस नाही सो चुन कढ़िए। मैनू दस एकल माटी कुंचर चीटी भांजन है बहु नाना रे, अस्थावर जंगम कीट पतंगम कर घट घट राम समाना रे, जिस नाही सो चुन कढ़िए। 10 परमात्मा वो कित्थे मौजूद ने। एक बचन होर लै लीए, कह लगे अवल अल्लाह नूर उपाया कुदरत के सब बंदे, एक नूर ते सब जग उपजा कौन भले को मंदे। याद रखी कोई परमात्मा के द्वारा चंगा नहीं, कोई परमात्मा द्वारा माड़ा नहीं। ये मनुख अपने कर्मां के मुताबक चंगा ते माड़े पासे वाल हो जाता। एक परमात्मा की खेड़ है, उन्हें सारिਆਂ ਨੂੰ बराबर ही पैदा किया है। मैं अक्सर उदाहरण देना ना गुरमुखो, एक बाप के 2 या 3 पुत्र ने, बाप वास्ते धीआं पुत्र इक्को जिहे हुंदे ने। हाँ, बच्चे कोई बाप नूं ज़्यादा प्यार करता है, कोई घट करता है, कोई बाप दे आखे लगे कोई ना लगे। इत्थों तक बच्चा घरों बेदखल भी कर दिता जाए, घरों कढ़ भी दिता जाए, माँ बाप नाल लड़ के भी चलिया जाए, जे फिर भी किते वो संस्था किसी सरकारी च जाएगा, उन्होंने पूछा जाएगा तेरा बाप का की नाम है, उत्थे नाम उहिओ लैना पैना है कि मैं फलाने का पुत्र हाँ। बेशक मैनू घरों कढ़ दिता गया पर मेरे बाप का नाम आए। याद रखियो बच्चे बाप तो वख नहीं जे हो सकते। जग्यासू जां इयों कह लीए समुचा साडा ब्रह्मंड खंड परमात्मा तो वख नहीं हो सकता। जिस नाही सो चुन कढ़िए, केड़ी चीज़ है जी जिन्होंने तुसीं परमात्मा तो बिना कढ़ दोगे। मैं पिछले समय उदाहरण दी सी सूरज की ते किरण की। याद रखियो किरण की कोई होंद नहीं, सूरज होवेगा तो किरण उदय होवेगी, जे किरण है तो मगर सूरज भी है। ये मन च पता भुलेखा रखे। मैं पिछले समय गया सी, किसी कमरे बंद कमरे दे विच सूरज की किरण पै रही है, मनो अख आके केवल तो केवल किरण है मगर सूरज तो है ही कोई नहीं। बाहर कमरे तो बाहर एक आखे जी मेरे को तो सूरज है, दूजा आखे मेरे को सूरज नहीं। याद रखियो जे किरण है, किरण सूरज तो ही उत्पन्न हुई है। सूरज है किरण निकलेगी, जे किरण है सूरज निकलेगा। जे परमात्मा है, परमात्मा संसार साजेगा, जे संसार साजिया तो इनू परमात्मा ने साजिया होया। कोई इहो जी हस्ती नहीं, ना कोई औरत है ना कोई मर्द है ना कोई होर। इत्थे चलो मर्द औरत का चल रहा है, ना कोई शूदर है ना कोई ब्राह्मण है, सारियां नूं ही परमात्मा ने पैदा करके सारियां दे अंदर परमात्मा की जोत पई जगदी है। परमात्मा के अंदर सारियां दे इक्को जोत है।
याद रखियो साडे शरीर ਵੱਖ-ਵੱਖ हो सकते हैं। भाई गुरदास जी ने बड़ी सोहनी उदाहरण दी, मैं कह के अगे चलदा। वो कहन लगे कहंदे तुसीं किसे गऊशाला दे विच चले जाओ, अज डेयरी फार्म ला लीए, कहंदे उत्थे तुसीं वेखोगे तरह तरह दीयां गावां ने, किसे दा रंग काला है, किसे दा रंग भूरा है, कोई डब खड़ब्बी है, कोई चिट्टी है, वक्खो वक्ख तरह दीयां गावां मिलदियां ने। कहण लगे तुसीं गाय काली गां नूं चोवो, दुध ओहदा भी चिट्टा जे, तुसीं डब खड़ब्बी नूं चोवो, दुध ओहदा भी चिट्टा जे, तुसीं चिट्टी नूं चोवो, दुध ओहदा भी चिट्टा है। कहण दा भाव जिहड़ा मर्जी मनुख होवे, भावें औरत दा जामा है, मर्द दा जामा है, ब्राह्मण है, कोई शूदर है, चेहरे वक्खो वक्ख हो सकते हैं, शक्लां बदलियां जा सकदियां ने, पर अंदर जोत केवल केवल एक परमात्मा दी। परमात्मा तो बिना बाहर कोई नहीं। सतगुरु कह लगे सब को आखै अपना जिस नाही सो चुन कढिए। सारे तुसीं ये गल कहिंदे जे कि साडा रब्बी निजी है, पर याद रखियो भलिओ जे ऐदी तुसीं अपने आप दी हंगता चुक्की फिरदे जे। सतगुरु कहिंदा जेड़े सतगुरु कह लगे जेड़ा जीव जिहड़ी औरत जां जिहड़ा मर्द शूदर रब दी हस्ती तो बाहर, वो तुसीं मैनूं कढ के विखा दिओ। अगे सतगुरु जी बख्शिश करते हैं, कह लगे कीता आपो अपना आपे ही लेखा संढीए। हुण कई बारी मन च ये सवाल पैदा होंदा जी जे सारा कुछ परमात्मा ने पैदा किया है तो फिर कोई चंगा तो माड़ा क्यों। इत्थे सतगुरां ने बड़ी सोहनी उदाहरण दी, कह लगे पैदा कीते एक परमात्मा दे ने, बाकी जे कोई चंगा है कोई माड़ा वो कर्मी आपो अपने, ਉਹਦੇ ਆਪਣੇ कर्म ने। असी अखीर ते एक शब्द पढ़ांगे, आपे भांडे साजन आपे पूरन दे, एक नहीं दुध समाईए एक चुल्हे रहन चढ़े, एक निहाली पै समण एक उपर रहन खड़े, एक वो ने ਜਿਹੜੇ आराम मंजे ते पए करते हैं, एक वो ने ਜਿਹੜੇ उत्ते पहरा देंदे ने। एक घमियार भांडे बनाउंदा है, एक भांडे दे विच घिओ पाया जांदा, अमृत वर्गा दुध पाया जांदा है, एक भांडे नूं सारी दिहाड़ी काड़नी दा रूप बना के ते जिहड़ा चुल्हे दे उत्ते चाढ़िया रहिंदा है। ते दोवें इक्के घुमार दे द्वारा बनाए होए, इक्के ही हत्थ दे बनाए, इक्के ही मिट्टी दे बनाए ने। ये कर्म ने गुरमुखो आपो अपने, कोई अमीर है कोई गरीब है, कोई सुखी है कोई दुखी है, इनू साजन वाला बनाने वाला केवल तो केवल एक परमात्मा है। मनुख अपने कर्मां दे फल नूं जिहड़ा वो भोगदा पिया है। कह लगे कीता आपो अपना, सतगुरु कह लगे तू जिद्दां दा करेगा। इनू बाणी कहंदी है जी दद्दा दोष ना देऊ किसै, दोष कर्मा अपनिया, जो मैं किया सो मैं पाया दोष ना दीजै। अवर जना कह लगे कीता आपो अपना, जिन्हों गुरु अर्जुन साहब कहते किरत कर्म के विछड़े, कीता आपो अपना, तू अपने कीते हुए कर्मा करके विछड़िया, किरत कर्म के विछड़े कर कृपा मेलो राम। कह लगे हे प्रभु असी अपने कर्मा करके विछड़े हुए हैं, तू रहमत करके बख्शिश करके मेल ला। कीता आपो अपना आपे ही लेखा संडी है। याद रखी जो तू करदा पिया है ना वो तेनों हंडाउणा पैना है, वो तेरे नाल वापरेगा, वो तेनों उहदा फल भुगतना ही पवेगा। तो सतगुरु अगे बख्शिश करते कह लगे जा रहना नाही ऐत जग, कहते भलिया जी इस जग दे विच संसार च रहना ही कोई नहीं, जे इत्थे किसी ने सदीवी तौर पर रहना नहीं तो कायत गारब हंडी है। कादा मान करदा कि मैं ब्राह्मण हाँ, कादा हंकार करदा मेरा मनुखा जन्म है, कादियां ये हंकार च गल्लां करदा कि तू औरत है तू शूदर तू मुक्त नहीं हो सकता। सतगुरु कहते हंकार कादा चुकी फिरदा है। कह लगे जा रहना नाही ऐत जग। असी संसार च एक गल सारिਆਂ ਨੂੰ याद है, जे किसी मनुख ਨੂੰ आखीए ना भलिया इत्थे किन्ने रहना है, वो अगला चार गल्लां ला के सुनाएगा, हाँ जी जी पता है रहना किन्ने है, एक दिन सारिਆਂ ने फना हो जाना है। पर मेरे सतगुਰਾਂ ने बड़ी सोहनी दलील दी, कहते जे पता है नहीं रहना फिर हंकार कादा, इस चमड़ी ने भी नहीं रहना। मैं पिछले दिनों च गया सी, बचपन रहा साडे ते, उन्होंने जवानी खा गई। गुरमुखो जवानी का कादा मान है, इनू बुढ़ेपा खा जाएगा, बुढ़ेपे का कादा सियाणप का कादा मान है, इनू एक दिन मौत खा जाएगी। कादा पैसे का मान चुकी फिरदा है। अज तेरे कोल 4 टके ने, लोग तेनू सलामा करते हैं। जिस दिन कुदरत का भाना वापरिया, कई बारी इदां दा समा आउंदा जी, एक मिनट लगता सारे का सारा पैसा मिट्टी होने ते, जिस वेले 4 टके चले गए कादा मान करेगा, कादा तोड़ लेगा। पर मैं इत्थे मान दे प्रथा एक बेनती कर देवां, जो गुरु तेग बहादुर साहब ने मान की गल की ना, मैं काफ़ी समा पहला भी इत्थे कहा सी, सतगुरां ने जिहड़ा वो धार्मिक लोगों को मान छड्डण वास्ते कहा, साधो मन का मान त्यागो। वो उत्थे ये गल कही कि रब दे प्यारे तुसी मान त्यागो। जां असी एक ये भी बचन पढ़ते हैं कि तीरथ बरत अरदान कर मन में धरै गुमान। ये तो सारे धार्मिक कर्म ने। क्यों सतगुरां ने धार्मिक मनुख नूं मान त्यागण वास्ते क्यों गया? याद रखियो संसारिक मान नूं बड़े सौखे तरीके दे नाल तोड़िया जा सकता है। किसी नूं विद्वता दा हंकार है,
ਉਹਦਾ ਦਿਮਾਗ ਫੇਲ ਹੋ ਜਾਏਗਾ, ਹੰਕਾਰ ਟੁੱਟ ਜਾਂਦਾ ਹੈ। ਕਈ ਵਾਰੀ ਉਹਦੀ ਕੀਤੀ ਹੋਈ ਵਿਦਵਤਾ ਦਾ ਅਗਲਾ ਵੱਡਾ ਵਿਦਵਾਨ ਆ ਜੇ, ਉਹਦੀਆਂ ਉਕਤੀਆਂ ਜੁਗਤੀਆਂ ਦਲੀਲਾਂ ਨੂੰ ਫੇਲ ਕਰਕੇ ਉਹਦਾ ਮਾਨ ਤੋੜ ਜਾਂਦਾ ਜੀ। ਜਿਹਨੂੰ ਸੁੰਦਰਤਾ ਦਾ ਹੰਕਾਰ ਹੈ ਉਹਨੂੰ ਵਡੇਪਾ ਤੋੜ ਜਾਂਦਾ ਜੀ। ਜਿਹਨੂੰ ਪੈਸੇ ਦਾ ਹੰਕਾਰ ਹੈ ਉਹਨੂੰ ਜਦੋਂ ਪ੍ਰਮਾਤਮਾ ਦਾ ਭਾਣਾ ਵਰਤਾਉਂਦਾ ਹੈ, ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰੇਂਦਾ, ਉਹਦਾ ਮਾਨ ਟੁੱਟ ਜਾਂਦਾ ਹੈ। ਸਭ ਤੋਂ ਪੈੜਾ ਧਾਰਮਿਕ ਮਨੁੱਖ ਦਾ ਹੰਕਾਰ ਹੈ। ਜਿਹਨੂੰ ਧਾਰਮਿਕ ਤੌਰ 'ਤੇ ਹੰਕਾਰ ਹੋ ਗਿਆ ਨਾ, ਉਹ ਤੋੜਨਾ ਬੜਾ ਔਖਾ ਹੋ ਜਾਂਦਾ ਹੈ। ਉਹ ਨਾ ਵਿਚਾਰਾ ਇੱਧਰ ਦਾ ਰਹਿੰਦਾ ਨਾ ਇੱਧਰ ਦਾ ਰਹਿੰਦਾ, ਸੰਸਾਰ ਨੂੰ ਕਹਿੰਦਾ ਮੈਂ ਧਰਮੀ ਹਾਂ, ਰੱਬ ਦੇ ਪਾਸੇ ਤਾਂ ਨਹੀਂ ਪਹੁੰਚ ਸਕਦਾ, ਉਹ ਹੰਕਾਰ ਦੇ ਵਿੱਚ ਫਸਿਆ ਹੋਇਆ ਹੈ। ਸਤਿਗੁਰੂ ਕਹਿ ਲਗੇ ਤੀਰਥ ਵਰਤ ਅਰ ਦਾਨ ਕਰ। ਹੁਣ ਸੰਸਾਰ ਨੂੰ ਕਹਿੰਦਾ ਮੈਂ ਤੀਰਥਾਂ 'ਤੇ ਜਾਂਦਾ ਹਾਂ, ਮੈਂ ਵਰਤ ਰੱਖਦਾ ਹਾਂ, ਮੈਂ ਦਾਨ ਕਰਦਾ ਹਾਂ, ਪਰ ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਗੁਰੂ ਸਾਹਿਬ ਕਹਿ ਲਗੇ ਭਲਿਆ ਹਾਲ ਕੀ ਬਣ ਗਿਆ, ਮਨ ਮੈਂ ਧਰੈ ਗੁਮਾਨ, ਹੰਕਾਰ ਕਰਕੇ ਬੈਠ ਗਿਆ। ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ, ਤੇਰਾ ਹਾਥੀ ਵਾਲਾ ਹਾਲ ਹੋ ਗਿਆ। ਹਾਥੀ ਨਹਾ ਧੋ ਕੇ ਚਿੱਕੜ ਸੁੱਟ ਲੈਂਦਾ ਹੈ, ਤੂੰ ਸੰਸਾਰ ਦੇ ਨਾਲੋਂ ਤੋੜ ਕੇ ਮੇਰੇ ਨਾਲ ਜੋੜਨੀ ਸੀ, ਫਿਰ ਫਸ ਹੰਕਾਰ ਦੇ ਚਿੱਕੜ ਦੇ ਵਿੱਚ ਹੀ ਗਿਆ। ਸਤਿਗੁਰੂ ਕਹਿ ਲਗੇ ਜਾ ਰਹਿਣਾ ਨਾਹੀਂ ਐਤ ਜਗ ਤਕ ਆਇਤ ਗਰਭ ਹੰਡੀਏ। ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਸਿੱਖ ਸਖਾ ਬਹੁਤੇ ਕੀਏ ਕੇਸ਼ੋ ਕੀਓ ਨਾ ਮੀਤ ਚਲੇ ਥੇ ਹਰ ਮਿਲਨ ਕੋ ਵੀਚੇ ਅਟਕਿਓ। ਚੀਤ ਕਿਤੇ ਫਸ ਗਿਆ, ਕੋਈ ਚੇਲਿਆਂ ਦੇ ਵਿੱਚ ਫਸ ਗਿਆ, ਕੋਈ ਰਿੱਧੀਆਂ ਸਿੱਧੀਆਂ ਦੇ ਵਿੱਚ ਫਸ ਗਿਆ, ਕੋਈ ਆਪਣੇ ਸਰੀਰ ਦੇ ਮਾਨ ਦੇ ਵਿੱਚ ਫਸ ਗਿਆ। ਜਿਹੜਾ ਸਰੀਰ ਤੋਂ ਤਾਂ ਉੱਠਿਆ, ਯਾਦ ਰੱਖਿਓ ਉਹ ਆਪਣੀ ਰੂਹਾਨੀਅਤ ਦੇ ਚੱਕਰਾਂ ਦੇ ਵਿੱਚ ਫਸ ਕੇ ਰਹਿ ਗਿਆ। ਇਹ ਬੜੇ ਤਗੜੇ ਹੰਕਾਰ ਨੇ। ਇਹ ਮਨੁੱਖ ਇਹਨਾਂ ਚੀਜ਼ਾਂ 'ਚ ਬਹੁਤ ਔਖਾ ਨਿਕਲਦਾ ਹੈ। ਮੈਂ ਕਹਿੰਦਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਬੜੀ ਚੰਗੀ ਗੱਲ ਹੈ, ਪਰ ਸਾਨੂੰ ਇਹ ਵੀ ਹੰਕਾਰ ਨਹੀਂ ਜੇ ਟਿਕਣ ਦਿੰਦਾ। ਕਈ ਤੁਹਾਨੂੰ ਇਹੋ ਜਿਹੇ ਗੁਰਮੁਖ ਮਿਲਣਗੇ ਜਿਹੜੇ ਪੁੱਛਣਗੇ ਕਿੰਨੇ ਵਜੇ ਉੱਠਦਾ ਹੈ, ਉਹਦਾ ਮਕਸਦ ਪਤਾ ਕੀ ਹੁੰਦਾ ਹੈ ਵੀ ਇਹ ਮੈਨੂੰ ਵਾਪਸ ਸਵਾਲ ਕਰੇਗਾ, ਮੇਰੇ ਕੋਲ ਤੇ ਉੱਠਿਆ ਜਾਂਦਾ ਨਹੀਂ, ਫਿਰ ਮੈਂ ਦੱਸਾਂਗਾ ਕਿ ਮੈਂ 2 ਵਜੇ ਉੱਠਦਾ। ਚੀਜ਼ ਉੱਥੇ ਹੀ ਬੈਠੀ ਹੋਈ ਹੈ, ਸੋਚ ਉੱਥੇ ਹੀ ਗਿਆ ਕਿ ਮੈਂ ਆਪਣੇ ਆਪ ਨੂੰ ਸਹੀ ਸਲਾਮਤ ਕਰਨਾ ਹੈ। ਪਰ ਬਾਣੀ ਕਹਿੰਦੀ ਹੈ, ਕਹਿਣ ਲੱਗੇ ਭਲਿਆ ਨਾਮ ਬੀਜ, ਜੇ ਤੂੰ ਨਾਮ ਨੂੰ ਬੀਜਣਾ ਹੈ ਨਾ ਤੇ ਗਰੀਬੀ ਸੁਭਾਅ ਰੱਖ ਗਰੀਬੀ ਵੇਸ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮੈਂ ਇਹ 'ਤੇ ਇੱਕ ਉਦਾਹਰਨ ਦੇਣਾ ਨਾ ਕਹਿ ਕੇ ਆਪਣੀ ਵਿਚਾਰ ਵੱਲੋਂ। ਕਿਸੇ ਕੋਲ ਧਨ ਆ ਜੇ ਨਾ, ਕਿਸੇ ਕੋਲ ਹੀਰੇ ਆ ਜਾਣ, ਯਾਦ ਰੱਖਿਓ ਹੀਰਿਆਂ ਦੀ ਜਿਹੜੀ ਉਹ ਨੁਮਾਇਸ਼ ਨਹੀਂ ਕਦੇ ਵੀ ਕੀਤੀ ਜਾਂਦੀ, ਉਹਨੂੰ ਸੇਫਟੀ ਦੇ ਨਾਲ ਸਾਂਭ ਕੇ ਰੱਖਿਆ ਜਾਂਦਾ। ਜੇ ਤੁਹਾਡੇ ਕੋਲ ਅੰਮ੍ਰਿਤ ਵੇਲਾ ਹੈ, ਜੇ ਤੁਹਾਡੇ ਕੋਲ ਪ੍ਰਮਾਤਮਾ ਦਾ ਸਿਮਰਨ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿਉਂ ਕਾਂ ਲਾਈਏ, ਇਹਨੂੰ ਸਾਂਭ ਕੇ ਰੱਖ। ਕਾਏ ਰੇ ਬਕਬਾਦ ਲਗਾਇਓ, ਕਿਉਂ ਬਕਬਾਦ ਦਾ ਅਰਥ ਕੀ ਕਰਾਂਗੇ, ਬਕਵਾਸ ਕਾਹਦੇ ਲਈ ਫਾਲਤੂ ਬੋਲਦਾ ਫਿਰਦਾ ਤੂੰ। ਜੇ ਅੰਮ੍ਰਿਤ ਵੇਲੇ ਉੱਠ ਵੀ ਪਿਆ, 4 ਬਾਣੀਆਂ ਪੜ੍ਹ ਲਈਆਂ, ਕਾਏ ਰੇ ਬਕਬਾਦ ਲਗਾਇਓ ਜਿਨ ਹਰ ਪਾਇਓ ਤਿਨੇ ਛੁਪਾਇਓ। ਜੇ ਤੁਹਾਡੇ ਕੋਲ ਹੀਰਾ ਹੈ, ਤੁਹਾਡੇ ਕੋਲ ਪ੍ਰਾਪਰਟੀ, ਮੈਂ ਬੜੇ ਲੋਕਾਂ ਨੂੰ ਮਿਲਦਾ, ਜੇ ਮਨੁੱਖ ਦੇ ਕੋਲ ਇਹ ਤਨਖਾਹ ਮੋਟੀ ਹੋਵੇ ਨਾ, ਉਹਨੂੰ ਪੁੱਛ ਲਓ ਤਨਖਾਹ ਕਿੰਨੀ ਹੈ, ਕਹਿੰਦਾ ਜੀ ਬਾਬੇ ਦੀ ਕਿਰਪਾ ਹੈ। ਉਹ ਤੁਸੀਂ ਤਨਖਾਹ ਦੱਸਣ ਦਾ ਹੀਆ ਨਹੀਂ ਕਰਦੇ ਤੇ ਫਿਰ ਨਾਮ ਕਦੇ ਲਈ ਦੱਸਦੇ ਫਿਰਦੇ ਜੀ। ਇਸ ਕਰਕੇ ਯਾਦ ਰੱਖਿਓ, ਜੇ ਕੋਲ ਸਿਮਰਨ ਹੈ, ਬੰਦਗੀ ਹੈ, ਸੇਵਾ ਹੈ, ਇਹਨੂੰ ਨੱਪ ਕੇ ਰੱਖੋ, ਫਲ ਗੁਰੂ ਲਾਵੇਗਾ, ਪ੍ਰਮਾਤਮਾ ਲਾਵੇਗਾ। ਜ਼ਮੀਨ 'ਚ ਉਹੀਓ ਬੀਜ ਹੀ ਪੁੰਗਰਦਾ ਜੇ ਗੁਰਮੁਖੋ, ਜਿਹੜੇ ਜ਼ਮੀਨ ਦੇ ਅੰਦਰ ਚਲ ਕੇ ਉੱਤੇ ਮਿੱਟੀ ਪੈ ਜੇ, ਜੇ ਬੀਜ ਨੂੰ ਹੱਥ 'ਤੇ ਰੱਖੀ ਫਿਰੋਗੇ ਨਾ ਪੁੰਗਰੇਗਾ, ਜਾਂ ਪੰਛੀ ਚੁੱਕ ਕੇ ਲੈ ਜਾਣਗੇ, ਜਾਂ ਉੱਥੇ ਪਿਆ ਪਿਆ ਸੜ ਜਾਵੇਗਾ। ਸਾਡਾ ਕੀਤਾ ਹੋਇਆ ਜਪ ਤਪ ਤਾਂ ਹੀ ਪੁੰਗਰਦਾ ਹੈ ਜੇ ਇਹਦੇ ਉੱਤੇ ਅਸੀਂ ਜਿਹੜਾ ਹੈ ਉਹ ਪਰਮਾਤਮਾ ਦੀ ਮਿਹਰ ਦੀ ਮਿੱਟੀ ਪਾ ਦਈਏ ਤੇ ਇਹਨੂੰ ਜਿਹੜਾ ਅੰਦਰ ਨਿਮਰਤਾ ਦੇ ਨਾਲ ਟਿਕਾ ਲਈਏ। ਸਤਿਗੁਰੂ ਕਹਿਣਗੇ ਜਾ ਰਹਿਣਾ ਨਹੀਂ ਐਤ ਜਗ, ਜੇ ਰਹਿਣਾ ਹੀ ਨਹੀਂ ਤੇ ਕਾਇਤ ਗਰਭ ਹੰਡੀਏ। ਕਿਹੜੀ ਚੀਜ਼ ਦਾ ਮਾਨ ਚੁੱਕੀ ਫਿਰਦਾ ਹੈ, ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ। ਇਹਦੇ 99 ਅਰਥ ਹੋਣਗੇ, ਪੜ ਅੱਖਰ ਇਹੋ ਬੁੱਝੀਏ। ਜੇ ਤੂੰ ਵਿਦਵਾਨ ਹੈ, ਜੇ ਤੂੰ, ਕਿਉਂਕਿ ਬ੍ਰਾਹਮਣ ਦੀ ਗੱਲ ਹੈ, ਜੇ ਤੂੰ ਪੰਡਤ ਹੈ, ਜੇ ਤੂੰ ਬ੍ਰਾਹਮਣ ਹੈ, ਫਿਲੋਸਫਰ ਹੈ ਭਰਿਆ, ਤੇ ਤੇਰੀ ਵਿਦਵਤਾ ਕੀ ਕਰਨੀ ਹੈ, ਜਿਹੜੀ ਵਿਦਵਤਾ ਤੈਨੂੰ ਕਿਸੇ ਤੇ ਜਿਹੜੀ ਸੀ ਉਂਗਲ ਕਰਨ ਦੇ ਲਈ ਜਿਹੜੀ ਮਜਬੂਰ ਕਰ ਦਿੰਦੀ, ਇਹੋ ਜਿਹੀ ਵਿਦਵਤਾ ਗੁਰਮੁਖੋ ਕੀ ਕਰਨੀ ਹੈ, ਜਿਹੜੀ ਵਿਦਵਤਾ ਕਿਸੇ ਮਨੁੱਖ ਦੇ ਜੀਵਨ ਨੂੰ ਬਰਬਾਦ ਕਰ ਦੇਵੇ। ਇਹੋ ਜਿਹੇ ਸ਼ਬਦ ਕੀ ਕਰੋਗੇ, ਜਿਹੜੇ ਸ਼ਬਦ ਤੁਹਾਡੇ ਹਿਰਦੇ, ਕਿਸੇ ਦੇ ਹਿਰਦੇ ਨੂੰ ਛੱਲੀ ਕਰ ਜਾਂਦੇ। ਯਾਦ ਰੱਖਿਓ, ਇਹੋ ਜਿਹੀ ਵਿਦਵਤਾ ਨੂੰ ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸਮਾਪਤੀ ਕਰਾਂ। ਇੱਕ ਵਾਰੀ ਇੱਕ ਸੰਤ ਮਹਾਤਮਾ ਦੇ ਕੋਲ ਉਹਦੇ ਚੇਲੇ ਰਹਿੰਦੇ ਨੇ। ਉਹ ਚੇਲੇ ਆਣ ਕੇ ਕਹਿੰਦੇ, ਬਹੁਤ ਸ਼ਾਰਟ 'ਚ ਸੁਣਾਵਾਂਗਾ। ਉਹ ਕਹਿਣ ਲੱਗੇ, ਸੰਤ ਜੀ ਇੱਕ ਅਸੀਂ ਕਿਸੇ ਸੰਤ ਨੂੰ ਬਾਰੇ ਸੁਣਿਆ, ਮਹਾਤਮਾ ਨੂੰ ਜਾਣਦੇ, ਉਹਨੇ ਆਪਣੇ ਮੂੰਹ 'ਚੋਂ ਅੱਗ ਕੱਢ ਲੈਂਦਾ ਹੈ, ਸਾਨੂੰ ਵੇਖਣਾ ਚਾਹੀਦਾ, ਤੁਸੀਂ ਤਾਂ ਇੱਦਾਂ ਦਾ ਕਦੀ ਕਰਮ ਕਰਕੇ ਵਿਖਾਇਆ ਨਹੀਂ ਹੈ। ਸੰਤ ਕਹਿੰਦਾ ਬਈ ਵਾਕਈ ਸਾਧਨਾ ਹੈ ਜਿਹੜਾ ਮੂੰਹ 'ਚੋਂ ਅੱਗ ਕੱਢ ਲੈਂਦਾ, ਆਪਾਂ ਨੂੰ ਵੇਖਣਾ ਚਾਹੀਦਾ। ਹੁਣ ਚੇਲਿਆਂ ਦੇ ਮਨ 'ਚ ਵਹਿਮ ਪੈ ਗਿਆ ਕਿ ਇਹ ਸਾਡਾ ਸੰਤ ਜ਼ਿਆਦਾ ਵਿਚਾਰਾ ਛੋਟੀ ਅਵਸਥਾ ਦਾ ਮਾਲਕ ਹੋਏਗਾ, ਉਹਦੀ ਅਵਸਥਾ ਜ਼ਿਆਦਾ ਹੋਏਗੀ ਜਿਹੜਾ ਅੱਗ ਕੱਢ ਲੈਂਦਾ ਹੈ। ਇਹ ਮਹਾਂਪੁਰਖ, ਇਹ ਜਿਹੜੇ ਸੰਤ ਸਨ, ਆਪਣੇ ਚੇਲਿਆਂ ਨੂੰ ਲੈ ਕੇ ਚਲ ਗਏ, ਕੋਲ ਗਏ, ਜਾ ਕੇ ਕਹਿਣ ਲੱਗੇ, ਮਹਾਤਮਾ ਜੀ ਮੈਂ ਸੁਣਿਆ ਤੁਸੀਂ ਮੂੰਹ 'ਚੋਂ ਅੱਗ ਕੱਢ ਲੈਂਦੇ। ਕਹਿੰਦੇ ਹਾਂ। ਕਹਿੰਦੇ ਦਿਖਾਓ ਹਾਂ, ਚੇਲੇ ਵੇਖਣਾ ਚਾਹੁੰਦੇ ਨੇ। ਉਹਨੇ ਜੀ ਮੂੰਹ ਦੇ ਵਿੱਚੋਂ ਅੱਗ ਕੱਢ ਕੇ ਵਿਖਾਈ। ਉਹਨੇ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਸਨ, ਵਿਚਾਰੇ ਨੇ ਤਪੱਸਿਆ ਕੀਤੀ। ਉਹ ਅੱਗ ਕੱਢਦਾ ਹੈ ਮੂੰਹ ਦੇ ਵਿੱਚੋਂ, ਅੱਗ ਨੂੰ ਫਿਰ ਵਾਪਸ ਲੈ ਜਾਂਦਾ ਹੈ।
चेले बड़े खुश ने, कहते महात्मा जी आ वेखो अग कढ़ लैंदा है। तो महात्मा का अगों सवाल से, कहता जी किन्ने समा लगा इनू साधन? वो कहता जी 21 साल लग गए। कह लगे भलिया जे 21 साल अग ही कढ़नी सिक्ख्या है कि लानत तेरे इहो जे 21 सालों के। 21 साल पहला भी तू जिहड़ा रोसना दे नाल लोकां दे हिरदे साड़दा सा, हुण मूँह दी अग दे नाल लोकां दे घर साड़ेगा, फायदा की इहो जी विद्वता दा? याद रखियो गुरबाणी ने इहो जे अभ्यास नूं, इहो जी विद्वता नूं बिल्कुल परवाह नहीं कीता। जिहड़ी विद्वता जिहड़ा ज्ञान किसी दा हिरदा छल्ली कर जावे। गुरमुखो पानी अग बुझाउंदा है, पानी अग कदी नहीं लाउंदा। याद रखियो साडा ज्ञान जे किसी दा हिरदा ठार नहीं ना सकदा तो साडे कोल हक भी नहीं असी किसी अपने ज्ञान दे नाल किसी दा हिरदा छल्ली कर सकीए। सतगुरु कह लगे पढ़ अखर इहो बुझीए। की बुझना है कि मंदा किसे ना आखिए। वेखी रसना तो औरत नूं माड़ा ना आखी। वेखी किसी नूं शूदर ना कवी, किसी नूं वैश ना कवी, किसी बीबी नूं माड़ा ना कवी, क्योंकि जे तेरी माँ ना होंदी तो तू भी नहीं सी होना। मैं सीधे शब्द वरत देवां, जे मेरी माँ ना होंदी तो मैं भी नहीं सी होना। असी क्यों औरत नूं माड़ा कहने, क्यों किसी नूं शूदर कहने? मंदा किसे ना आखीए। पढ़ अखर इहो बुझीए, तेरे पढ़े लिखे का इहो ही भाव है, इहो ही लाभ है कि किसी के परथाए मंदे शब्द ना वरत। तो अखीर ते सतगुरु कह लगे जे कोई मिल भी जाता है, क्योंकि दुनिया 'च बड़े तरह के लोग ने, कई बैसम बैसा भी करते हैं। सतगुरु कहते उत्थे हथ जोड़ के ना पछाणू आजा मूर्ख है नाल ना लुझीए। कहते मूर्ख के नाल जिहड़ा झगड़न की लोड़ नहीं। याद रखियो मूर्ख की मित्रता भी माड़ी जे, मूर्ख की दुश्मनी भी माड़ी जे। जिवें एक कोला गर्म फड़ोगे तुहाडे हथ नूं साड़ दिंदा है, ठंडे नूं फड़ोगे तुहाडे कपड़े नूं काला कर दिंदा है। मूर्ख दे नाल मित्रता रखोगे कोई ना कोई दाग ला जाएगा, जे उहदे नाल दुश्मनी रखोगे तो वह तुहाडा नुकसान कर जाएगा। सतगुरु कहंदे जिथे मूर्ख मिलदा है ना उहनूं हथ जोड़े ही चंगे ने, हथ जोड़ के अपने डंडी ते पै जाओ, उहदे नाल मत्था लाउण दी लोड़ नहीं। याद रखियो मैं इक्को गल कह के समाप्ति करां। काफ़ी समा पहला अमेरिका की गल है जी, उन्होंने कुत्तियां दे नाल शेर की रेस करवाउण दे लई ना विग्यानियों ने सोचा कि उन्हों का IQ चैक करना चाहिए कि वो कित्थे का माइंड सैट है शेर का। वो जिस वेले कुत्तियां की रेस करवाई, कुत्ते आए वो सिखाए हुए जाने सन, वो आन के ग्राउंड दे विच बैठ के जिथे रेस होनी है, उस तो बाद शेर नूं पिंजरे दे विचों लिआंदा गया। हुण कुत्ते शेर नूं वेख के भौंकदे ने, शेर कुछ नहीं बोलिया, शेर बैठा रहा। जिस वेले वो समा आया, चलो सीटी वजी, जिस भी तरीके नाल उन्हां दौड़ाउणा सी, कुत्ते दौड़ गए, शेर बैठा रहा, शेर दौड़िया नहीं। उन्हें जिस वेले इस गल का तत्त कढ़िया, विग्यानियों ने यदा रिजल्ट ये दिता, शेर कहता मैं है ही शेर, मैनूं कुत्तियां दे सामने साबित करने की लोड़ भी की है। याद रखियो जिहड़ा मनुख है ही मूर्ख, तुहानूं मूर्ख के सामने विद्वता साबित करने की लोड़ भी की है। जे कोई औरत नूं कहंदा है माड़ी है तो माफ़ करना, जिहड़े मनुख की सोच ही माड़ी है, तुसीं किसी सोच नहीं बदल सकते। ओहो जे मूर्ख तो पासा वटना ही चंगा है, क्योंकि असीं साबित करना है। गुरु के सामने साबित करो कि मेरा जीवन उच्चा सुच्चा है। किसी मनुख के सामने ना तुसीं साबित कर सकते जे, तो ना मनुख के सामने कभी मनुख कोई पूरा उतर सकता है। हाँ, गुरु के चरणों च असीं पूरे उतर सकते। वो नाम जप के इन्ना क नाम जपो, जो गुरु पुछे तेरा जीवन की है, सामने रख देवें कि दाता आ मेरा जीवन है। मनुख पुछे तो उतों हाथ जोड़ के परे निकल जिओ कि जप तप संजम धर्म ना कमाए, नहीं मेरे को कुछ नहीं है। सो सतगुरु अखीर ते कह लगे मूर्ख है नाल ना लुझीए। जे कोई मूर्ख मिल जाता है, कोई बहसम बैसा करता है, वो तो पासा वट के अपनी पगडंडी नूं पड़ जावीं। इहो ही पढ़े लिखे का, इहो ही सियाणप का सबूत है कि मूर्ख है नाल ना लुझीए। सो ये सी 19वीं पौड़ी ते नाल लगदे होए 2 श्लोकां दी विचार। समुच्चा तत्त भाव ये जे गुरमुखो साडे कोल विद्वता है, साडे कोल मनुखा जामा है। किसी नूं विद्वता दे नाल माड़ा ना आखो, ना औरत भंडो, ना शूदर नूं, ना किसी वैश्य नूं भंडो। परमात्मा के दर ते ना औरत प्रवान है, ना शूदर, ना ब्राह्मण प्रवान, केवल तो केवल वो प्रवान है जिहड़ा परमात्मा का नाम जपदा है। इस करके सारियां गल्लां छड्ड के असीं परमेश्वर का नाम जपीए, सिमरन करिए। कीती हुई बंदगी परमात्मा के दर ते प्रवान हो जाएगी, सानूं प्रवान कर लवेगी। इन्नियां बेनतियां प्रवान होईयां भुल्लां गलतियां दी खिमा। आओ पावन पंक्तियां का जाप सरवण करके समाप्ति करिए। मंदा किसै ना आखीए, पढ़ अखर एहो बुझीए, मूर्ख नाल ना लुझीए। वाहिगुरु जी का खालसा, वाहिगुरु